ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਵਿੱਚ। ਤੇ ਸ਼ੁਰੂ ਕਰਨੇ ਆ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦਾ ਟੌਪਿਕ ਹੈ ਕਿ ਜੇਕਰ ਤੁਸੀਂ ਉਸੇ ਅਪਲਾਈ ਕਰਨੀ ਹੈ CGI ਮਿਲਾਨ ਜਾਂ ਰੋਮ ਤੋਂ, ਤੇ ਤੁਹਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ ਜਿਹੜਾ ਨਿਊ ਰਜਿਸਟ੍ਰੇਸ਼ਨ ਜਿਹੜਾ ਮਤਲਬ ਕਿ ਫਰੈਸ਼ OCI ਅਪਲਾਈ ਕਰਨ ਵਾਸਤੇ। ਹਾਂਜੀ, ਪਹਿਲਾ ਡਾਕੂਮੈਂਟ ਤੇ ਹੈ ਕਿ ਤੁਹਾਨੂੰ OCI ਐਪਲੀਕੇਸ਼ਨ ਫਾਰਮ ਔਨਲਾਈਨ ਭਰਨਾ ਹੈ, ਜਿਹਦੇ ਵਿੱਚ ਜਿਹੜੇ ਪ੍ਰਿੰਟ ਆਊਟ ਜਦੋਂ ਲੈਣਾ ਉਹਦਾ ਸਿਗਨੇਚਰ ਸੇਮ ਤੁਹਾਡੇ ਪਾਸਪੋਰਟ ਤੋਂ ਮੈਚ ਕਰਨੇ ਚਾਹੀਦੇ ਨੇ। ਦੂਸਰਾ ਜੀ ਕਲੀਅਰ ਕਾਪੀ ਆਫ ਰਿਲੀਵੈਂਟ ਪੇਜ, ਯਾਨੀ ਕਿ ਜਿਹੜਾ ਤੁਹਾਡਾ ਟੈਲੈਂਟ ਪਾਸਪੋਰਟ ਹੈ ਉਹਦੀ ਬਿਲਕੁਲ ਸਾਫ ਪੇਜਿਸ ਦੀ ਕਰਵਾਉਣੀ ਆਪਾਂ ਫੋਟੋ ਸਟੇਟ। ਠੀਕ ਹੈ ਜੀ, ਕਲੀਅਰ। ਔਰ ਉਹਨੂੰ ਕੀ ਕਰਾਉਣਾ ਆਪਾਂ ਅਟੈਸਟ ਕਰਵਾਉਣਾ ਜੀ ਕਮੁੰਨੇ ਤੋਂ। ਤੀਸਰਾ ਪੁਆਇੰਟ ਹੈ ਜੀ ਕਲੀਅਰ ਕਾਪੀ ਆਫ ਕਾਰਤਾ ਦੈਂਤੀਤਾ। ਕਾਰਤਾ ਦੈਂਤੀਤਾ ਦੀ ਕਲੀਅਰ ਕਾਪੀ ਹੋਣੀ ਚਾਹੀਦੀ ਹੈ, ਉਹ ਸੈਲਫ ਅਟੈਸਟ ਕਰ ਸਕਦੇ ਹੋ ਤੁਸੀਂ। ਸੈਲਫ ਅਟੈਸਟ ਦਾ ਮਤਲਬ ਹੈ ਕਿ ਖੁਦ ਤੁਸੀਂ ਸਾਈਨ ਕਰ ਦੇਣੇ ਨੇ ਨੀਚੇ। ਠੀਕ ਹੈ। ਚੌਥਾ ਹੈ ਜੀ ਕਲੀਅਰ ਕਾਪੀ ਆਫ ਮੈਰਿਜ ਸਰਟੀਫਿਕੇਟ ਸੈਲਫ ਅਟੈਸਟਡ ਇਫ ਮੈਰਿਡ ਐਂਡ ਇਫ ਸਪਾਊਸ ਨੇਮ ਇਜ਼ ਨਾਟ ਐਂਡੋਰਸਡ ਔਨ ਦਾ ਇੰਡੀਅਨ ਪਾਸਪੋਰਟ। ਜੇਕਰ ਇੰਡੀਅਨ ਪਾਸਪੋਰਟ 'ਤੇ ਤੁਹਾਡੀ ਵਾਈਫ ਜਾਂ ਹਸਬੈਂਡ ਦਾ ਨਾਮ ਨਹੀਂ ਚੜਿਆ, ਉਸ ਕੇਸ 'ਚ ਤੁਸੀਂ ਮੈਰਿਜ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੈ ਸੈਲਫ ਅਟੈਸਟ ਕਰਾ ਕੇ। ਠੀਕ ਹੈ। ਔਰ ਅਗਰ ਤੁਹਾਡਾ ਵਿਆਹ ਇੱਥੇ ਇਟਲੀ ਦੇ ਵਿੱਚ ਕਮੁੰਨੇ ਦੇ ਵਿੱਚ ਹੋਇਆ ਤਾਂ ਉਸ ਕੇਸ ਦੇ ਵਿੱਚ ਤੁਸੀਂ ਜਿਹੜਾ ਸਰਟੀਫਿਕੇਟ ਹੈਗੀ ਉਹ ਪ੍ਰੋਫੈਟੋਰੇ ਤੋਂ ਤੁਸੀਂ ਅਟੈਸਟ ਕਰਾਉਣਾ ਜੀ, ਫਿਰ ਉਹਨੂੰ ਇੰਗਲਿਸ਼ 'ਚ ਟਰਾਂਸਲੇਸ਼ਨ ਕਰਾਉਣਾ ਔਰ ਫਿਰ ਜਮ੍ਹਾਂ ਕਰਾਉਣਾ। ਔਰ ਜੇਕਰ ਤੁਹਾਡਾ ਵਿਆਹ ਕਿਸੇ ਕੰਟਰੀ 'ਚ ਹੋਇਆ ਤਾਂ ਉਸ ਕੇਸ 'ਚ ਤੁਹਾਡਾ ਮੈਰਿਜ ਸਰਟੀਫਿਕੇਟ ਇੰਗਲਿਸ਼ 'ਚ ਅਟੈਸਟ ਹੋਣਾ ਚਾਹੀਦਾ ਹੈ ਇੰਡੀਅਨ ਹਾਈ ਕਮਿਸ਼ਨ ਜਾਂ ਉੱਥੇ ਦੀ ਅੰਬੈਸੀ ਤੋਂ, ਕੌਂਸਲੇਟ ਤੋਂ। ਹਾਂਜੀ, ਪੰਜਵਾਂ ਪੁਆਇੰਟ ਹੈ ਕਾਪੀ ਆਫ ਡਿਕਰੇਤੋ। ਠੀਕ ਹੈ, ਜਿਹੜੀ ਤੁਹਾਨੂੰ ਡਿਕਰੇਤੋ ਦੀ ਕਾਪੀ ਮਿਲੀ ਹੈ, ਜਿਹੜੀ ਸਿਟੀਜ਼ਨਸ਼ਿਪ ਇਸ਼ੂ ਹੋਈ ਹੈ ਤੁਹਾਨੂੰ ਗੌਰਮੈਂਟ ਨੇ ਇਸ਼ੂ ਕੀਤੀ ਹੈ, ਉਹਦੀ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰਵਾ ਕੇ ਉਹ ਵੀ ਦੇਣੀ ਹੈ ਜੀ। ਨੰਬਰ 6 ਕਾਪੀ ਆਫ ਦਾ ਰਿਲੀਵੈਂਟ ਪੇਜਿਸ ਆਫ ਦਾ ਇੰਡੀਅਨ ਪਾਸਪੋਰਟ ਵੇਅਰ ਦਾ ਫੋਟੋ ਨੇਮ ਡੇਟ ਆਫ ਬਰਥ ਅਪੀਅਰ ਪੇਜ ਵੇਅਰ ਦਾ ਨੇਮ ਆਫ ਪੇਰੈਂਟਸ ਐਂਡ ਪੇਜਿਸ ਵੇਅਰ ਐਂਡੋਰਸਮੈਂਟ ਹੈਜ਼ ਬੀਨ ਮੇਡ। ਇਹਦਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਇੰਡੀਅਨ ਪਾਸਪੋਰਟ ਹੈਗਾ, ਹਾਂਜੀ, ਅਤੇ ਉਹ ਸਾਰੇ ਪੇਜਾਂ ਦੀ ਜਿੱਥੇ ਤੁਹਾਡੀ ਸਾਰੀ ਡਿਟੇਲ ਹੋਏ। ਫਸਟ ਹੋ ਗਿਆ, ਠੀਕ ਹੈ, ਅਤੇ ਲਾਸਟ ਪੇਜ ਜਿੱਥੇ ਫਾਦਰ ਮਦਰ ਐਡਰੈਸ ਹੁੰਦਾ। ਅਤੇ ਜੇਕਰ ਤੁਸੀਂ ਹੋਰ ਵੀ ਕੋਈ ਐਂਡੋਰਸਮੈਂਟ ਕਰਾਈ ਹੈ ਜਾਂ ਫਿਰ ਕੁਝ ਹੋਰ ਵੀ ਚੇਂਜਿਸ ਕਰਾਏ ਜਿਹਦੀ ਕਿ ਸਟੈਂਪ ਲੱਗੀ ਹੋਈ ਹੈ ਉਹਦੇ ਵਿੱਚ, ਅਤੇ ਉਹਦੀ ਵੀ ਤੁਸੀਂ ਕੀ ਕਰਨੀ ਹੈ ਫੋਟੋ ਸਟੇਟ ਕਰਵਾਉਣੀ ਹੈ ਜੀ। ਠੀਕ ਹੈ ਜੀ। ਨੈਕਸਟ, ਇਨ ਕੇਸ 7th ਨੰਬਰ, ਇਨ ਕੇਸ ਦਾ ਇੰਡੀਅਨ ਪਾਸਪੋਰਟ ਹੈਜ਼ ਆਲਰੇਡੀ ਬੀਨ ਕੈਂਸਲਡ ਅਰਲੀਅਰ। ਠੀਕ ਹੈ, ਜੇਕਰ ਤੁਹਾਡਾ ਪਾਸਪੋਰਟ ਜਿਹੜਾ ਕੈਂਸਲ ਵੀ ਹੋ ਗਿਆ ਜੇਕਰ, ਅਤੇ ਕੀ ਕਰਨਾ ਉਹਦੀ ਕੀ ਕਰਨੀ ਸਾਰੇ ਕਾਪੀਜ਼ ਆਫ ਦਾ ਰਿਲੀਵੈਂਟ ਪੇਜਿਸ ਆਫ ਦਾ ਪਾਸਪੋਰਟ ਸੇਮ ਉਹੀ ਸਾਰੇ ਦੀ ਤੁਸੀਂ ਕੀ ਕਰਨੀ ਹੈ ਉਹਦੀ ਪ੍ਰਿੰਟ ਆਊਟ ਲੈਣਾ। ਠੀਕ ਹੈ, ਵੇਅਰ ਦਾ ਇੰਡੀਅਨ ਸਟੈਂਪਸ ਅਪੀਅਰਸ, ਜਿੱਥੇ ਜਿੱਥੇ ਸਟੈਂਪਾਂ ਲੱਗੀਆਂ ਨੇ। ਠੀਕ ਹੈ, ਉਹ ਸਾਰੇ ਪੇਜਾਂ ਦੀ ਤੁਸੀਂ ਲੈਣੀ ਹੈ ਫੋਟੋ ਸਟੇਟ ਕਰਵਾਉਣੀ ਹੈ। ਠੀਕ ਹੈ। ਔਰ ਜਿਹੜਾ ਹੈਗਾ ਜੀ ਰੀਯੂਨੀਫਿਕੇਸ਼ਨ ਸਰਟੀਫਿਕੇਟ, ਠੀਕ ਹੈ, ਕਿ ਤੁਸੀਂ ਆਪਣਾ ਪਾਸਪੋਰਟ ਕੈਂਸਲ ਕਰਾਤਾ ਹੈ ਜਾਂ ਫਿਰ ਤੁਸੀਂ ਜਮ੍ਹਾਂ ਕਰਾ ਦਿੱਤਾ ਹੈ। ਠੀਕ ਹੈ, ਉਹ ਵਾਲਾ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲਿਆ ਉਹਨੂੰ ਸੈਲਫ ਅਟੈਸਟ ਕਰਾ ਕੇ ਉਹਦੀ ਵੀ ਕਾਪੀ ਜਮ੍ਹਾਂ ਨਾਲ ਕਰਵਾਉਣੀ ਹੈ, ਸਰੈਂਡਰ ਦੀ ਅਤੇ ਰੀਯੂਨੀਫਿਕੇਸ਼ਨ ਦੀ। ਠੀਕ ਹੈ ਜੀ। ਨੈਕਸਟ ਹੈ ਜੀ 8ਵਾਂ ਪੁਆਇੰਟ, ਇਨ ਕੇਸ ਐਨੀ ਫੋਰਨ ਨੈਸ਼ਨਲ ਅਪਲਾਈing ਫॉर OCI ਕਾਰਡ ਬਾਏ virtue of being married to an Indian national। ਜੇਕਰ ਕਿਸੇ ਇਟਾਲੀਅਨ ਨੇ ਜਾਂ ਕਿਸੇ ਹੋਰ ਕੋਈ ਕੰਟਰੀ ਦਾ ਹੈ, ਉਹਨੇ ਕੀ ਕੀਤਾ ਕਿ ਇੰਡੀਅਨ ਦੇ ਨਾਲ ਵਿਆਹ ਕਰਾਇਆ, ਤਾਂ ਉਸ ਕੇਸ 'ਚ ਕੀ ਕਰਨਾ ਹੈ ਕਿ ਦ ਫੋਲੋਇੰਗ ਡਾਕੂਮੈਂਟਸ ਆਰ ਮੈਂਡੇਟਰੀ ਟੂ ਬੀ ਸਬਮਿਟਡ ਅਲੋਂਗ ਵਿਦ ਦ ਅਬਵ ਮੈਂਸ਼ਨਡ ਡਾਕੂਮੈਂਟਸ। ਠੀਕ ਹੈ, ਸਾਰੇ ਡਾਕੂਮੈਂਟਸ ਸੇਮ ਉਸ ਤਰ੍ਹਾਂ ਹੀ ਜਮ੍ਹਾਂ ਹੋਣਗੇ। ਠੀਕ ਹੈ, ਅਤੇ ਹੁਣ ਪਹਿਲਾਂ ਕੀ ਉਹਨਾਂ ਨੇ ਦੱਸਿਆ ਕਿ ਜੇ ਮੈਰਿਜ ਜਿਹੜੀ ਹੋਈ ਹੈ ਨਾ, ਦ ਮੈਰਿਜ ਸ਼ੁੱਡ ਹੈਵ ਬੀਨ ਸੋਲਮਨਾਈਜ਼ਡ ਐਟ ਲੀਸਟ 2 years ਬਿਫੋਰ ਦਾ ਡੇਟ ਆਫ ਸਬਮਿਸ਼ਨ ਆਫ ਦਾ ਐਪਲੀਕੇਸ਼ਨ। ਹਾਂਜੀ, ਉਹ ਤਾਂ ਸਾਰਾ ਹੋ ਗਿਆ ਕਿ ਅਗਰ ਕੋਈ ਇੰਡੀਅਨ ਅਪਲਾਈ ਕਰਦਾ ਪਿਆ, ਉੱਪਰਲਾ ਤਾਂ ਕੇਸ ਇਹ ਹੋ ਗਿਆ ਕਿ ਅਗਰ OCI ਕੋਈ ਇੰਡੀਅਨ ਅਪਲਾਈ ਕਰਦਾ ਤਾਂ 7 ਨੰਬਰ ਤੱਕ ਤਾਂ ਉਹਦੇ 'ਤੇ ਹੋ ਗਿਆ, ਉਹਨੇ ਜਮ੍ਹਾਂ ਕਰਾਉਣੇ। ਅਤੇ ਜੇਕਰ ਮੰਨ ਲਓ ਕੋਈ ਇੰਡੀਅਨ ਹੈ, ਉਹਦੇ ਨਾਲ ਕਿਸੇ ਇਟਾਲੀਅਨ ਨੇ ਵਿਆਹ ਕਰਾਇਆ ਮੰਨ ਲਓ, ਅਤੇ ਹੁਣ ਉਹ ਇਟਾਲੀਅਨ ਜਿਹੜਾ OCI ਅਪਲਾਈ ਕਰਨ ਲੱਗਾ ਉਹਦੇ ਵਾਸਤੇ ਕਿਹੜੇ ਪੇਪਰ ਚਾਹੀਦੇ ਨੇ, ਉਹਦੇ ਵਾਸਤੇ ਇਹ ਦੇਖੋ ਉੱਪਰਲੇ ਪੇਪਰ ਤੋਂ ਸਾਰੇ ਦੇ ਗਏ, ਦੂਜਾ ਇਹ ਦੇਗਾ। ਅਤੇ ਇੱਕ ਤਾਂ ਉਹਦਾ ਜਿਹੜਾ ਵਿਆਹ ਜਿਹੜਾ ਇੰਡੀਅਨ ਦੇ ਨਾਲ ਹੋਇਆ ਹੈ ਨਾ, ਉਹਨੂੰ ਹੋਏ ਨੂੰ ਕਮ ਸੇ ਕਮ 2
मैरिज देखो 2 साल होए होने चाहिए, यानी कि OCI कार्ड जमा कराने तो पहला, सबमिशन तो पहला विआह नूं 2 साल होए होने चाहिए ने। ठीक है। और मैरिटल रिलेशनशिप स्टिल एग्जिस्ट होना चाहिए, हजे भी विआहे ही होने चाहिए ने। मैरिज सर्टिफिकेट एंड कॉपी, मैरिज सर्टिफिकेट भी तो कॉपी भी जमा होएगी। प्लीज़ नोट डैट इफ़ द मैरिज वाज सोलमनाइज्ड अगर तक कमूने च हुई है तो वो अटैस्ट होएगी, पर फतूरे तो ओरिजिनल क्लीयर कॉपी ਉਹਦੀ जमा करानी, इंग्लिश च ट्रांसलेशन होएगी जी। और जेकर ਉਹਦੀ ਵਿਆਹ ਕਿਸੇ ਹੋਰ ਕੰਟਰੀ 'ਚ ਹੋਇਆ ਤਾਂ ਉੱਥੇ ਵੀ ਉਹ ਇੰਗਲਿਸ਼ 'ਚ ਹੋਣਾ ਚਾਹੀਦਾ ਅਤੇ ਉੱਥੇ ਦੇ ਕਮਿਸ਼ਨ ਐਮਬੈਸੀ ਕੌਂਸਲਰ ਤੋਂ ਅਟੈਸਟ ਹੋਇਆ ਹੋਣਾ ਚਾਹੀਦਾ। ਦੂਜਾ ਕੇਸ ਹੈ ਜੀ, ਫਰਦਰ ਦਾ ਐਪਲੀਕੈਂਟ ਐਂਡ ਦਾ ਸਪਾਊਸ ਸ਼ੁੱਡ ਗਿਵ ਅ ਜੁਆਇੰਟ ਐਫੀਡੇਵਿਟ। ਉਹ ਕੀ ਕਰਨਗੇ ਕਿ ਇੱਕ ਐਫੀਡੇਵਿਟ ਵੀ ਬਣਾਉਣਗੇ ਜਿਹਦੇ 'ਚ ਲਿਖਿਆ ਹੋਏਗਾ ਕਿ ਉਹਨਾਂ ਦਾ ਵਿਆਹ ਹਜੇ ਵੀ ਐਗਜ਼ਿਸਟ ਕਰਦਾ। ਠੀਕ ਹੈ, ਉਹਨਾਂ ਦੇ ਵਿੱਚ ਕੋਈ ਡਿਵੋਰਸ ਨਹੀਂ ਹੈ, ਕੋਈ ਅਲੱਗ ਨਹੀਂ ਰਹਿੰਦੇ। ਠੀਕ ਹੈ, ਸਿਗਨੇਚਰ ਦੋਨਾਂ ਦੇ ਹੋਣਗੇ। ਸਿਗਨੇਚਰ ਔਨ ਦਾ ਜੁਆਇੰਟ ਐਫੀਡੇਵਿਟ ਸ਼ੁੱਡ ਬੀ ਡਨ ਬਾਏ ਬੋਥ ਹਸਬੈਂਡ ਐਂਡ ਵਾਈਫ। ਠੀਕ ਹੈ, ਦੋਨਾਂ ਦੇ ਵੱਲੋਂ ਸਿਰਫ ਇੱਕੋ ਹੀ ਬਣੇਗਾ ਐਫੀਡੇਵਿਟ, ਅਲੱਗ ਨਹੀਂ ਬਣੇਗਾ। ਇੱਕੋ ਐਫੀਡੇਵਿਟ ਦੇ ਉੱਤੇ ਦੋਨੋਂ ਜਾਣੇ ਸਾਈਨ ਕਰਕੇ ਜਿਹੜੇ ਨੇ ਉਹ ਕੌਂਸਲਰ ਸਰਵਿਸ ਦੇ ਕੌਂਸਲਰ ਜਾ ਕੇ ਨਾ ਉੱਥੇ ਜਾ ਕੇ ਸਾਈਨ ਕਰਨਗੇ ਉਸ ਐਫੀਡੇਵਿਟ ਦੇ ਉੱਤੇ, ਕੌਂਸਲਰ 'ਚ ਜਾ ਕੇ। ਹਾਂਜੀ। In addition to the above, birth certificate clearly mentioning the parents' name, date of birth, place of birth, gender, duly apostilled by prefectura, along with the translation in English is also required। ठीक है, birth certificate ही होएगा। प्रीपेड सैल्फ एड्रैस्ड इनवैलप विद रिटर्न DHL एयरवे। ठीक है, उस तो बाद की है तुसी अपना एक DHL जड़ा है अंदाता रिटोर्नो वाला वो सबमिट कराना है। ठीक है, तो ये तुसी सारे डॉक्यूमेंट्स जो कि मैं तुहानूं दस्से ने कि जेकर इंडियन है या फिर किसी फॉरनर ने इंडियन नाल विआह कराया तो उस केस च तुसी केह्ड़े डॉक्यूमेंट जेह्ड़े ने जमा कराने ने। ते तुहानूं वीडियो मेरी किवें दी लगी प्लीज़ कमेंट बॉक्स च जरूर दस्सना ते वध तो वध शेयर करना ते मेरा चैनल सबसक्राइब जरूर कर लेना।